ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੀਕੇ ਵਿਦ ਆਰਡੀ ਸਰ। ਤੇ ਅੱਜ ਅਸੀਂ ਡਿਸਕਸ ਕਰਾਂਗੇ ਜੀ ਇਕਨੋਮੀ ਦਾ ਪਾਰਟ। ਇਕਨੋਮੀ ਕਿੱਦਾਂ ਦੀ ਸੀਗੀ ਜੀ ਵੈਦਿਕ ਪੀਰੀਅਡ ਦੇ ਟਾਈਮ ਦੇ ਉੱਪਰ। ਵੈਦਿਕ ਜਿਹੜੇ ਸਿਵਲਾਈਜੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਪਹਿਲੇ ਜਿਹੜੇ ਆਰਿਆ ਸੀਗੇ 1500 ਤੋਂ ਲੈ ਕੇ 1000 BC ਤੱਕ ਦੇ ਜਿਹੜੇ ਆਰਿਆ ਸੀਗੇ, ਜਿਹਦੇ ਵਿੱਚ ਰਿਗਵੇਦ ਲਿਖਿਆ ਗਿਆ ਸੀ, ਉਹਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਸੀਗੇ। ਤੇ ਜੋ ਸਟੂਡੈਂਟ ਇਸ ਚੈਨਲ ਦੇ ਉੱਪਰ ਇਸੇ ਪਾਰਟ ਨੂੰ ਡਾਇਰੈਕਟ ਵੇਖ ਰਹੇ ਨੇ, ਪਲੀਜ਼ ਇਸ ਤੋਂ ਪਹਿਲਾਂ ਜਾ ਕੇ ਸਾਰੇ ਪਾਰਟ ਵੇਖ ਲਓ ਤਾਂ ਕਿ ਤੁਹਾਡਾ ਇੱਕ ਕੰਸਿਸਟੈਂਟਲੀ ਤੁਸੀਂ ਕੀ ਕਰੋਗੇ, ਇੱਕ ਹੌਲੀ ਹੌਲੀ ਸਾਰੇ ਪਾਰਟ ਕਨੈਕਟ ਕਰਦੇ ਜਾਓਗੇ ਤਾਂ ਤੁਹਾਨੂੰ ਸਟੋਰੀ ਦਾ ਪਤਾ ਲੱਗਦਾ ਜਾਏਗਾ। ਕਿਉਂਕਿ ਵੈਦਿਕ ਕਾਲ ਜਿਹੜਾ ਇੱਕ ਉਲਝਿਆ ਹੋਇਆ ਚੈਪਟਰ ਹੈ, ਇਹਨੂੰ ਸਮਝਣ ਵਾਸਤੇ ਤੁਹਾਨੂੰ ਇੱਕ ਸਟੋਰੀ ਟੈਲਿੰਗ ਦੇ ਵਿੱਚ ਤੁਹਾਨੂੰ ਸਮਝਣਾ ਪਿਆ ਤਾਂ ਤੁਸੀਂ ਇਸ ਤੋਂ ਪਹਿਲੇ ਸਾਰੇ ਲੈਕਚਰ ਵੇਖ ਲਓ ਤਾਂ ਕਿ ਤੁਸੀਂ ਆਪਣੇ ਇੱਕ ਦੂਜੇ ਨੂੰ ਇੰਟਰਲਿੰਕ ਕਰ ਸਕੋ। ਕਿਉਂਕਿ ਇਸ ਤੋਂ ਬਾਅਦ ਲੇਟਰ ਟਾਈਮ ਆਏਗਾ, ਉਹਦੇ ਵਿੱਚ ਆਪਾਂ ਕੰਪੈਰੀਜ਼ਨ ਕਰਾਂਗੇ ਕਿ ਹਾਂ ਇਹ ਗੱਲਾਂ ਪਹਿਲੇ ਹੁੰਦੀਆਂ ਸੀ, ਜਿਹੜੇ ਪਹਿਲੇ ਵਾਲੇ ਆਰਿਆ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ ਤੇ ਇਹ ਬਾਅਦ ਵਾਲੇ ਆਰਿਆ ਕਰ ਰਹੇ ਨੇ। ਠੀਕ ਹੈ ਜੀ, ਉਹਦੇ ਇਹ ਚੀਜ਼ਾਂ ਨੂੰ ਕੰਪੈਰੀਜ਼ਨ ਕਰਨ ਵਾਸਤੇ ਤੁਹਾਨੂੰ ਸਾਰੇ ਲੈਕਚਰ ਵੇਖਣੇ ਪੈਣੇ ਆ। ਸੋ ਜੋ ਵੀ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਆਏ ਨੇ, ਪਲੀਜ਼ ਇਸ ਚੈਨਲ ਨੂੰ ਲਾਈਕ ਕਰਨ, ਸ਼ੇਅਰ ਕਰਨ, ਸਬਸਕ੍ਰਾਈਬ ਕਰਨ। ਫਰਦਰ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ। ਤੇ ਆਓ ਜੀ ਹੁਣ ਆਪਣਾ ਲੈਕਚਰ ਸਟਾਰਟ ਕਰਦੇ ਹਾਂ। ਅੱਜ ਅਸੀਂ ਡਿਸਕਸ ਕਰਾਂਗੇ ਇਕਨੋਮੀ ਦੇ ਬਾਰੇ। ਜਿਹੜੇ ਪਹਿਲੇ ਆ ਰਹੇ ਸੀਗੇ ਉਹਨਾਂ ਦੀ ਇਕਨੋਮੀ ਕਿੱਦਾਂ ਦੀ ਸੀ। ਮੈਂ ਦੱਸਿਆ ਸੀ ਸਾਰੇ ਲੋਕ ਕਬੀਲਿਆਂ ਦੇ ਵਿੱਚ ਰਹਿ ਰਹੇ ਨੇ, ਕਬੀਲਿਆਂ ਦੀ ਕਿਹੜੀ ਇਕਨੋਮੀ ਹੋਏਗੀ ਤੁਸੀਂ ਆਪ ਹੀ ਸੋਚ ਕੇ ਦੇਖੋ। ਅਗਰ ਲੋਕ ਹੀ ਕਬੀਲਿਆਂ ਦੇ ਵਿੱਚ ਰਹਿਣੇ ਨੇ, ਐਗਰੀਕਲਚਰ ਹੋ ਨਹੀਂ ਰਹੀ, ਉਹਨਾਂ ਕੋਲ ਸਿਰਫ ਇੱਕ ਜਿਹੜਾ ਪਸ਼ੂ, ਇਹਨਾਂ ਦਾ ਆਪਣਾ ਧਨ ਕੀ ਹੋਏਗਾ, ਪਸ਼ੂ ਨੂੰ ਜਿੰਨਾ ਚਰਾਣਗੇ, ਜਿੰਨੇ ਪਸ਼ੂ ਵੱਧ ਜਾਣਗੇ ਉਨਾ ਹੀ ਇਹਦਾ ਧਨ ਹੋਏਗਾ। ਠੀਕ ਹੈ ਜੀ, ਹੁਣ ਇਹਦੇ ਵਿੱਚ ਆਪਾਂ ਗੱਲ ਜਿਹੜੇ ਆਰੀਅਨਸ ਕ੍ਰੋਸ ਦਾ ਨੋਮੈਡਿਕ ਸਟੇਜ, ਜਿਹੜਾ ਨੋਮੈਡਿਕ ਸਟੇਜ ਦੇ ਨੋਮੈਡਿਕ ਹੁੰਦਾ ਕੁਮੱਕੜ ਜੀਵਨ, ਜਿਹੜੇ ਕੁਮੱਕੜ ਸੀਗੇ ਕਬੀਲਿਆਂ ਦੇ ਵਿੱਚ ਰਹਿੰਦੇ ਸੀ, ਆਪਸ ਦੇ ਵਿੱਚ ਲੜ ਪੈਂਦੇ ਸੀ, ਯੁੱਧਰਤ ਹੁੰਦੇ ਸੀ, ਗਾਵਾਂ ਮੱਝਾਂ ਪਿੱਛੇ ਲੜ ਪੈਣਾ, ਚਰਾਗਾਹ ਜਿਹੜੇ ਹੁੰਦੇ ਸੀ, ਗ੍ਰਾਸਲੈਂਡ ਜਿਹੜੇ ਹੁੰਦੇ ਸੀ ਉਹਨਾਂ ਵਾਸਤੇ ਲੜ ਪੈਂਦੇ ਸੀਗੇ। ਤੇ ਇਸ ਤੇ ਇਹਨਾਂ ਸੇ ਗ੍ਰੇਟ ਇੰਪੋਰਟੈਂਸ ਆਫ ਅਟੈਚ ਟੂ ਦੀ ਹਰਡਸ ਆਫ ਕੈਟਲਸ, ਝੁੰਡ ਜਿਹੜੇ ਗਾਵਾਂ ਮੱਝਾਂ ਦੇ ਝੁੰਡ ਵਾਸਤੇ ਇਹਨਾਂ ਨੇ ਆਪਸ ਦੇ ਵਿੱਚ ਲੜਾਈਆਂ ਕਰਦੇ ਸੀ। ਇਹਨਾਂ ਦੇ ਵਿੱਚ ਦੋ ਪਰਸਨਾਂ ਦੀ ਸਭ ਤੋਂ ਜ਼ਿਆਦਾ ਵੈਲਿਊ ਸੀ। ਇੱਕ ਤਾਂ ਪਰਸਨ ਜਿਹੜਾ ਕਬੀਲੇ ਦਾ ਸਰਦਾਰ, ਦੂਜੇ ਨੰਬਰ 'ਤੇ ਉਹ ਜਿਹੜੇ ਪੁਰਸ਼ ਜਿਹੜਾ ਹੋਏਗਾ ਉਹ ਇੰਪੋਰਟੈਂਟ ਹੈ, ਦੂਜੇ ਨੰਬਰ 'ਤੇ ਇਹਨਾਂ ਵਾਸਤੇ ਕਾਓ ਇੰਪੋਰਟੈਂਟ ਹੈ। ਇਹਨਾਂ ਵਾਸਤੇ ਕੋਈ ਜ਼ਮੀਨ ਦੀ ਕੋਈ ਇੰਪੋਰਟੈਂਸ ਨਹੀਂ ਗਈ ਹੈ, ਇਹਨਾਂ ਵਾਸਤੇ ਕੋਈ ਰਾਜਨ ਦੀ ਵੀ ਕੋਈ ਖਾਸ ਇੰਨੀ ਵੈਲਿਊ ਨਹੀਂ ਗਈ। ਪਹਿਲੇ ਵਾਲੇ ਆਰਿਆ ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਦੇਖੋ ਵੈਦਿਕ ਪੀਪਲ ਵਰ ਵੀ ਪ੍ਰੋਬਬਲੀ ਨਾਟ ਫੈਮਿਲੀਅਰ ਵਿਦ ਦੀ ਕੈਟ ਐਂਡ ਕੈਮਲਸ। ਇਹਨਾਂ ਤੋਂ ਬਿੱਲੀਆਂ ਤੇ ਜਿਹੜੇ ਕੈਮਲਸ ਹੁੰਦੇ ਸੀ, ਇਹਨਾਂ ਤੋਂ ਇਹਨਾਂ ਨੂੰ ਕੁਛ ਨਹੀਂ ਲੈਣਾ ਦੇਣਾ ਸੀਗਾ। ਟਾਈਗਰ ਵਾਜ਼ ਦਾ ਨੋਟ ਨੋਨ, ਇਹਨਾਂ ਨੂੰ ਟਾਈਗਰ ਬਾਰੇ ਵੀ ਨਹੀਂ ਪਤਾ ਸੀ, ਵਾਈਲਡ ਲਾਈਫ ਦੇ ਬਾਰੇ ਵੀ ਇਹਨਾਂ ਨੂੰ ਲਾਇਨ ਬਾਰੇ ਕੁਛ ਨਹੀਂ ਪਤਾ ਸੀਗਾ। ਜਸਟ ਇਹ ਲਾਇਨ, ਐਲੀਫੈਂਟ ਤੇ ਬੋਰ ਇਹਨਾਂ ਬਾਰੇ ਜਾਣਦੇ ਸੀ। ਇਹਨਾਂ ਨੂੰ ਟਾਈਗਰ ਬਾਰੇ ਨਹੀਂ ਪਤਾ ਸੀ, ਕੈਟ ਬਾਰੇ, ਕੈਮਲ ਬਾਰੇ ਕੁਛ ਨਹੀਂ ਪਤਾ ਸੀ, ਕਿਉਂਕਿ ਇਹਨਾਂ ਦਾ ਮੇਨ ਜਿਹੜਾ ਧਨ ਹੁੰਦਾ ਸੀ ਇਹਨਾਂ ਦਾ ਕਾਊ ਸੀਗਾ। ਠੀਕ ਹੈ ਜੀ, ਇਨ ਦੀ ਪ੍ਰੋਬੈਬਿਲਿਟੀ ਦੀ ਵੈਰੀ ਲਿਟਲ ਐਂਡ ਟ੍ਰੇਡ ਵਾਸਟ, ਇਹਨਾਂ ਦੇ ਆਪਸ ਵਿੱਚ ਬਹੁਤ ਘੱਟ ਰੇਅਰ ਟ੍ਰੇਡ ਹੁੰਦਾ ਸੀ, ਕਿਉਂਕਿ ਕਮਿਊਨਿਟੀ ਹੀ ਇੱਦਾਂ ਸੀ। ਕਬੀਲੇ ਦਾ ਮੰਨ ਲਓ ਕੋਈ ਕਬੀਲਾ ਦੂਜੇ ਕਬੀਲੇ ਨੂੰ ਵੇਖ ਪੈਂਦਾ ਸੀ ਤਾਂ ਆਪਸ ਦੇ ਵਿੱਚ ਲੜ ਪੈਂਦੇ ਸੀਗੇ, ਤੇ ਵਪਾਰ ਦਾ ਨਾਮ ਦਾ ਮਤਲਬ ਵੀ ਖਤਮ ਹੀ ਹੋ ਗਿਆ, ਉੱਥੇ ਵਪਾਰ ਤਾਂ ਹੋ ਹੀ ਨਹੀਂ ਸਕਦਾ ਸੀ। ਉਸ ਤੋਂ ਬਾਅਦ ਦੇਖੋ ਮਨੀ ਐਂਡ ਮਾਰਕੀਟ ਵਰ ਬੀ ਨੋਨ ਬਟ ਦੇ ਨੋਟ ਐਗਜ਼ਿਸਟੈਂਟ। ਦੇਖੋ ਮਨੀ ਔਰ ਮਾਰਕੀਟ ਇਹਨਾਂ ਨੂੰ ਪਤਾ ਤਾਂ ਸੀਗਾ, ਲੇਟਰ ਟਾਈਮ ਦੇ ਵਿੱਚ ਪਤਾ ਲੱਗ ਗਿਆ ਵੀ ਹਾਂ ਮਨੀ ਕੋਈ ਪੈਸਾ, ਕਿਉਂਕਿ ਇਹਨਾਂ ਦੇ ਵਿੱਚ ਕੀ ਹੁੰਦਾ ਸੀ, ਬਾਰਟਰ ਐਕਸਚੇਂਜ ਹੁੰਦਾ ਸੀ। ਬਾਰਟਰ ਐਕਸਚੇਂਜ ਮਤਲਬ ਕੀ ਹੁੰਦਾ ਸੀ, ਵਸਤੂ ਵੇਲੇ ਵਸਤੂ ਕੋਈ ਚੀਜ਼ ਨੂੰ ਲੈ ਲੈਣਾ। ਇਹੀ ਚੀਜ਼ ਇਹਨਾਂ ਨੂੰ ਪੈਸੇ ਬਾਰੇ, ਕਰੰਸੀ ਬਾਰੇ ਪਤਾ ਵੀ ਸੀਗਾ, ਪਰ ਇਹਨਾਂ ਦੇ ਲਈ ਉਹ ਵੈਲਿਊ ਇੰਨੀ ਖਾਸ ਨਹੀਂ ਸੀ ਤੇ ਜਸਟ ਇਹਨਾਂ ਦਾ ਬਾਰਟਰ ਸਿਸਟਮ ਯੂਜ਼ ਕਰਦੇ ਸੀ। ਕਾਓ ਐਜ਼ ਦਾ ਗੋਲਡ, ਕਾਓ ਐਂਡ ਗੋਲਡ ਔਰਨਾਮੈਂਟ ਆਰ ਫਿਕਸਡ ਵੈਲਿਊ, ਇਹਨਾਂ ਦੀ ਫਿਕਸਡ ਵੈਲਿਊ ਹੁੰਦੀ ਸੀ, ਇਸ ਤੋਂ ਹੀ ਵਪਾਰ ਹੁੰਦਾ ਸੀ। ਤਾਂ ਕੋਇਨ ਵਾਜ਼ ਦੀ ਨੋਟ ਨਾਓ, ਇਹਨਾਂ ਨੂੰ ਕੋਇਨ ਬਾਰੇ ਕੁਝ ਨਹੀਂ ਪਤਾ ਸੀਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੰਪਲੈਕਸਿਟੀ ਆਫ ਦੀ ਪ੍ਰੋਡਿਊਸਿੰਗ ਦੀ ਗੁੱਡਸ ਮੇਡ ਇਨ ਦੀ ਅਪੀਅਰੈਂਸ। ਹੁਣ ਦੇਖੋ ਜਦੋਂ ਇਹਨਾਂ ਨੂੰ ਐਗਰੀਕਲਚਰ ਦੇ ਬਾਰੇ ਪਤਾ ਨਹੀਂ, ਇਹਨਾਂ ਨੂੰ ਲੋਹੇ ਦੇ ਬਾਰੇ ਪਤਾ ਨਹੀਂ, ਲੋਹਾ ਆਏਗਾ ਤਾਂ ਫਿਰ ਐਗਰੀਕਲਚਰ ਦੇ ਵਿੱਚ ਕੀ ਹੋਏਗਾ, ਹੱਲ ਬਣੇਗਾ, ਲੋਹੇ ਦੇ ਹੱਲ ਬਣਨਗੇ, ਹੱਲ ਤੋਂ ਫਿਰ ਖੇਤੀ ਹੋਏਗੀ, ਉਸ ਤੋਂ ਬਾਅਦ ਨਵੀਂ ਡਿਵੈਲਪਮੈਂਟ ਹੋਏਗੀ। ਉਸ ਤੋਂ ਬਾਅਦ ਇਹ ਸਾਰਾ ਸਿਸਟਮ ਤੁਹਾਡਾ ਜਿਹੜਾ ਲੋਹੇ ਦਾ ਜਿਹੜੀ ਖੋਜ ਹੁੰਦੀ ਹੈ ਆਇਰਨ ਦੀ, ਆਇਰਨ ਏਜ ਆਪਾਂ ਕਿਹਨੂੰ ਬੋਲਦੇ ਹਾਂ, ਲੇਟਰ ਵੈਦਿਕ ਪੀਰੀਅਡ ਨੂੰ ਬੋਲਦੇ ਹਾਂ। ਉਸ ਦੇ ਵਿੱਚ ਜਦੋਂ ਆਇਰਨ ਦੀ ਖੋਜ ਹੋਏਗੀ ਤਾਂ ਨਵੇਂ ਹੱਲ ਬਣਨਗੇ। ਇਹੀ ਹੱਲ ਕੀ ਹੋਣਗੇ, ਖੇਤੀ ਦੇ ਵਿੱਚ ਯੂਜ਼ ਹੋਣਗੇ। ਜਦੋਂ ਖੇਤੀ ਹੱਲਾਂ ਦੇ ਨਾਲ ਹੋਏਗੀ, ਉਹਦੇ ਨਾਲ ਜ਼ਿਆਦਾ ਬੈਲ ਲਗਾਏ ਜਾਣਗੇ, ਫਿਰ ਐਗਰੀਕਲਚਰ ਕੀ ਹੋਏਗੀ, ਉੱਥੇ ਜਿਹੜਾ ਘੁਮੱਕੜ ਜੀਵਨ ਸੀ ਉਹ ਇੱਕ ਸਟੇਬਲ ਹੋ ਜਾਊਗਾ। ਸਟੇਬਲ ਹੋਣ ਤੋਂ ਬਾਅਦ ਉਹਨਾਂ ਦੀ ਇਕਨੋਮੀ ਦੇ ਵਿੱਚ ਕੀ ਹੋਏਗਾ, ਵਪਾਰ ਹੋਣਾ ਸਟਾਰਟ ਹੋਏਗਾ। ਉਹਨਾਂ ਦੇ ਐਗਰੀਕਲਚਰ ਦੇ ਜਿਹੜੇ ਲੋਕ ਹੁਣ ਕਬੀਲਿਆਂ ਦੇ ਵਿੱਚ ਜਿਹੜੀ ਏਜ ਹੈ ਉਹ 10-15 ਸਾਲ 20 ਸਾਲ ਦੀ ਹੈ। ਜਦੋਂ ਇੱਕ ਥਾਂ 'ਤੇ ਬੰਦਾ ਟਿਕ ਕੇ ਰਹਿਣ ਲੱਗ ਗਿਆ ਭੁੱਖੇ, ਕਿਉਂਕਿ ਕਬੀਲਿਆਂ ਦੇ ਕੀ ਪਤਾ ਇਹਨਾਂ ਨੂੰ ਖਾਣਾ ਮਿਲਦਾ ਸੀ ਕਿ ਨਾ ਮਿਲਦਾ ਸੀ, ਇਹਨਾਂ ਦੀ ਏਜ ਵੀ ਇੰਨੀ ਵੱਡੀ ਨਹੀਂ ਜਾਂਦੀ ਸੀ, ਪਰਸਨ 20-30 ਸਾਲ ਦੇ ਵਿੱਚ ਵੀ ਮਰ ਜਾਂਦਾ ਸੀਗਾ। ਤੇ ਇਹ ਡੈਥ ਰੇਟ ਇਹਨਾਂ ਦੀ ਇੱਥੇ ਇਸ ਟਾਈਮ ਦੇ ਉੱਪਰ ਜ਼ਿਆਦਾ ਹੁੰਦੀ ਸੀ। ਇਸੇ ਤਰ੍ਹਾਂ ਹੀ ਜਦੋਂ ਇਹ ਇੱਕ ਸਟੇਬਲ ਜੀਵਨ ਜਿਉਣਗੇ ਤੇ ਉਹ ਕਿੱਦਾਂ ਹੋਏਗਾ, ਜਦੋਂ ਇਹਨਾਂ ਨੂੰ ਐਗਰੀਕਲਚਰ ਦੇ ਬਾਰੇ ਪਤਾ ਲੱਗੇਗਾ ਤੇ ਜਿਹੜਾ ਇਹਨਾਂ ਦਾ ਗਾਉਂ ਜਿਹੜਾ ਇਹਨਾਂ ਦਾ ਪਹਿਲਾ ਧੰਦਾ ਹੈ ਗਾਵਾਂ ਨੂੰ ਚਰਾਉਣ ਵਾਲਾ, ਉਹ ਇਹਨਾਂ ਨੂੰ ਦੂਜਾ ਧੰਦਾ ਬਣ ਜਾਏਗਾ। ਤੇ ਐਗਰੀਕਲਚਰ ਦਾ ਜਦੋਂ ਪਹਿਲਾ ਧੰਦਾ ਬਣੇਗਾ ਉਸ ਟਾਈਮ ਦੇ ਉੱਪਰ ਇਹਦਾ ਜਿਹੜਾ ਲਾਈਫ ਹੈ ਇਹਨਾਂ ਦੀ ਸਟੇਬਲ ਹੋ ਜਾਏਗੀ, ਸਟੇਬਿਲਿਟੀ ਆ ਜਾਏਗੀ। ਉਸ ਟਾਈਮ ਦੇ ਉੱਪਰ ਇਹਨਾਂ ਦਾ ਕੀ ਹੋਏਗਾ,
ਅਨਾਜ ਵੀ ਜ਼ਿਆਦਾ ਹੋਏਗਾ, ਜਿਸ ਦੇ ਕਾਰਨ ਇਹ ਕਿ ਲੋਕ ਦੀ ਜਿਹੜੀ ਮ੍ਰਿਤੂ ਦਾ ਡੈਥ ਰੇਟ ਹੈ ਉਹ ਵੀ ਘੱਟ ਹੋ ਜਾਏਗੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਜੀ ਸਟੂਡੈਂਟ, ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੀ ਆਰਟ ਦੇ ਬਾਰੇ। ਆਰਟ ਆਫ ਹੀਲਿੰਗ ਵਾਉਂਡਲੀ ਕਿਉਰਿੰਗ ਡਿਸੀਜ਼ਸ ਆਰ ਐਗਜ਼ਿਸਟੈਂਟ। ਦੇਖੋ ਜੀ, ਡਿਸੀਜ਼ ਕਿਉਂਕਿ ਜਦੋਂ ਆਪਸ ਦੇ ਵਿੱਚ ਲੜਦੇ ਹੁੰਦੇ ਸੀ ਤਾਂ ਤੁਹਾਨੂੰ ਪਤਾ ਹੈ ਜੀ, ਜਦੋਂ ਆਪਸ ਦੇ ਵਿੱਚ ਦੋ ਕਬੀਲੇ ਆਪਸ ਦੇ ਵਿੱਚ ਲੜ ਰਹੇ ਨੇ ਤੇ ਉਹਨਾਂ ਦੇ ਵਿੱਚ ਦੋਨੇ ਪਾਸੇ ਨੁਕਸਾਨ ਹੋਣਾ ਸੀਗਾ। ਇਹਨਾਂ ਨੂੰ ਡਿਸੀਜ਼ ਵੀ ਹੁੰਦੀਆਂ ਸੀਗੀਆਂ, ਉਹਨਾਂ ਦੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਪਰ ਇਹਨਾਂ ਵਾਸਤੇ ਕੀ ਸੀਗਾ, ਇਹਨਾਂ ਵਾਸਤੇ ਜਿਹੜਾ ਜੀਣ ਮਰਨ ਕੀ ਸੀਗਾ, ਇੱਕੋ ਹੀ ਸੀਗਾ ਕਿ ਇਹ ਜਿਹੜੀਆਂ ਕਾਬੂ ਨੂੰ ਬਸ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰਨਾ ਹੈ, ਉਹੀ ਇਹਨਾਂ ਦਾ ਮੇਨ ਧਨ ਹੁੰਦਾ ਸੀਗਾ। ਜਸਟ ਇਹ ਇੱਦਾਂ ਦਾ ਲਾਈਫ ਜਿਹੜਾ ਸੀ, ਲਾਈਫ ਸਪੈਨ ਸੀਗਾ ਇਹਨਾਂ ਦਾ ਪਹਿਲੇ ਵਾਲੇ ਆਰਿਆਂ ਦਾ। ਤੇ ਆਈ ਹੋਪ ਕਿ ਤੁਹਾਨੂੰ ਇਹਨਾਂ ਹੁਣ ਤੱਕ ਦਾ ਸਾਰਾ ਜਿਹੜਾ 1500 ਤੋਂ ਲੈ ਕੇ 1000 BC ਤੱਕ ਜਿਹੜਾ ਕਲਚਰ ਸੀਗਾ, ਇਹਨੂੰ ਆਪਾਂ ਔਰਚਰੀ ਕਲਰਡ ਪੋਟਰੀ ਯੂਜ਼ ਕਰਦੇ ਸੀਗੇ। ਮਤਲਬ ਜਿਹੜੇ ਭਾਂਡੇ ਵਗੈਰਾ ਸੀਗੇ ਇਹਨਾਂ ਦੇ ਜਿਹੜੇ ਉਹ ਉਸ ਤਰ੍ਹਾਂ ਦੇ ਹੁੰਦੇ ਸੀਗੇ ਜਿਹੜੇ ਮਿੱਟੀ ਦੇ। ਉਸ ਤੋਂ ਪਤਾ ਸਾਨੂੰ ਲੱਗਦਾ ਹੈ ਕਿ ਇਹ ਥਾਂ ਤੇ ਜਿਹੜੇ ਸਾਨੂੰ ਇਹਨਾਂ ਦੇ ਜਿਹੜੇ ਬਰਤਨ ਮਿਲੇ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਇਹਨਾਂ ਦਾ ਘੁਮੱਕੜ ਜੀਵਨ ਸੀਗਾ, ਇੱਕ ਥਾਂ 'ਤੇ ਸਟੇਬਿਲਿਟੀ ਵੀ ਇਹਨਾਂ ਦੀ ਨਹੀਂ ਸੀਗੀ। ਤੇ ਇੱਥੋਂ ਇਸ ਟਾਈਮ ਦੇ ਉੱਪਰ ਸਾਨੂੰ ਪਤਾ ਲੱਗਦਾ ਵੀ ਇਹਨਾਂ ਦਾ ਜਿਹੜੀ ਲਾਈਫ ਸੀਗੀ ਪੂਰੀ ਤਰ੍ਹਾਂ ਕਬੀਲਿਆਂ ਦੇ ਆਧਾਰ 'ਤੇ ਸੀ। ਜਿਹੜਾ ਇਹਨਾਂ ਦਾ ਪਹਿਲਾ ਧੰਦਾ ਸੀਗਾ ਉਹ ਇਹਨਾਂ ਦਾ ਯਾਦ ਰੱਖਣਾ ਤੁਸੀਂ, ਕਾਊ ਨੂੰ ਚਰਾਉਣਾ ਹੁੰਦਾ ਸੀਗਾ। ਠੀਕ ਹੈ ਜੀ। ਜਿਹੜਾ ਸੈਕਿੰਡ ਹੈ ਉਹਨਾਂ ਦਾ ਐਗਰੀਕਲਚਰ ਹੁੰਦਾ ਸੀ, ਵੀ ਛਿੱਟ ਪੁੱਟ ਦਾ ਜੋ ਉੱਗ ਗਿਆ ਉਹਨੂੰ ਖਾ ਲੈਣਾ, ਉਸ ਤੋਂ ਉਹੀ ਚੀਜ਼ ਉਹਨਾਂ ਦੀ ਹੁੰਦੀ ਸੀ। ਇਹ ਸੀਗਾ ਇਹਨਾਂ ਦਾ ਜਿਹੜੇ ਪਹਿਲੇ ਵਾਲੇ ਆਰਿਆ ਦੀ ਮੈਂ ਗੱਲ ਕਰ ਚੁੱਕਿਆ। ਹੁਣ ਆਪਾਂ ਐਂਟਰ ਕਰ ਰਹੇ ਹਾਂ ਜੀ ਲੇਟਰ ਵੈਦਿਕ ਦੇ ਆਰਿਆ ਦੇ ਵਿੱਚ। ਠੀਕ ਹੈ। ਲੇਟਰ ਵੈਦਿਕ ਦੇ ਜਿਹੜੇ ਆਰਿਆ ਸੀਗੇ 1000 BC ਤੋਂ ਲੈ ਕੇ 600 BC ਦੇ ਵਿੱਚ ਗੱਲ ਕਰ ਰਹੇ ਹਾਂ। ਹੁਣ ਲੇਟਰ ਜਿਹੜੇ ਆਰਿਆ ਨੇ ਉਹਨਾਂ ਨੂੰ ਆਪਾਂ ਉੱਤਰ ਵੈਦਿਕ ਕਾਲ ਦੇ ਆਰਿਆ ਬੋਲਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਕੀ ਚੇਂਜ ਆਏਗਾ? ਹੁਣ ਪਹਿਲੇ ਵਾਲੇ ਆਰਿਆ ਤੋਂ ਇਹਨਾਂ ਦੇ ਵਿੱਚ ਕੀ ਚੇਂਜ ਆਏਗਾ? ਦੇਖੋ ਜੀ, ਮੈਂ ਤੁਹਾਨੂੰ ਦੱਸਿਆ ਸੀ ਇੰਡਸ ਰਿਵਰ ਨਦੀ ਹੈ, ਇੱਕ ਵਿਚਾਲੇ ਸਰਸਵਤੀ ਨਦੀ ਹੈ, ਉਸ ਤੋਂ ਬਾਅਦ ਯਮੁਨਾ ਨਦੀ ਹੈ, ਉਸ ਤੋਂ ਬਾਅਦ ਗੰਗਾ ਰਿਵਰ ਹੈ। ਹੁਣ ਯਾਦ ਰੱਖਿਆ ਜੇ ਇਹ ਇਸ ਏਰੀਆ ਦੇ ਵਿੱਚ ਰਹਿ ਰਹੇ ਸੀ ਪੰਜਾਬ ਦੇ। ਠੀਕ ਹੈ। ਹੁਣ ਇਹ ਆਰਿਆ ਕੀ ਕਰਨਗੇ, ਇਸ ਤੋਂ ਸ਼ਿਫਟ ਹੋ ਕੇ ਆ ਜਿਹੜੀ ਗੰਗਾ ਨਦੀ ਹੈ ਇਸ ਦੇ ਆਲੇ ਦੁਆਲੇ ਆ ਕੇ ਵੱਸ ਜਾਣਗੇ। ਇੱਥੇ ਇਹਨਾਂ ਦਾ ਜਿਹੜਾ ਸਾਨੂੰ ਸਦਾ ਨੀਰਾ ਰਿਵਰ ਜਿਹੜੀ ਅੱਜ ਦੀ ਗੰਡਕ ਰਿਵਰ ਹੈ, ਇੱਥੇ ਲਾਸਟ ਹੋਣਗੇ ਜਿਹੜੇ ਆਰਿਆ। ਕਿਉਂਕਿ ਇਸ ਤੋਂ ਬਾਅਦ ਜਿਹੜੇ ਇੱਧਰ ਵਸ ਰਹੇ ਨੇ ਲੋਕ, ਇਹ ਕੀ ਸੀਗੇ, ਇਹਨਾਂ ਤੋਂ ਜਮ੍ਹਾਂ ਨਹੀਂ ਮਿਲਦੇ ਸੀ, ਇਹਨਾਂ ਨੂੰ ਬੋਲਦੇ ਸੀ ਅਨਾਰਿਆ। ਇੱਧਰ ਵਾਲੇ ਜਿਹੜੇ ਆਰਿਆ ਸੀਗੇ ਇਹਨਾਂ ਨੂੰ ਅਨਾਰਿਆ ਬੋਲਦੇ ਸੀ। ਜਿਹੜੇ ਇਹ ਵਾਲੇ ਆਰਿਆ ਜਦੋਂ ਇੱਥੇ ਆ ਕੇ ਵੱਸ ਜਾਣਗੇ ਤੇ ਇਹਨਾਂ ਦੇ ਜਿਹੜੇ ਕਰਮਕਾਂਡ ਹੋਣਗੇ ਇਹ ਲੋਕ ਇੱਥੇ ਇਹਨਾਂ ਨੂੰ ਫੋਲੋ ਨਹੀਂ ਕਰਨਗੇ। ਠੀਕ ਹੈ। ਤਾਂ ਇਹ ਆਰਿਆ ਕੀ ਕਰਨਗੇ, ਇਹਨਾਂ ਦੇ ਉੱਪਰ ਹਮਲਾ ਕਰਨਗੇ। ਇਹਨਾਂ ਨੂੰ ਇਹੀ ਆਰਿਆ ਕੀ ਹੋਣਗੇ, ਬਾਅਦ ਦੇ ਵਿੱਚ ਜਾ ਕੇ ਸ਼ੂਦਰ ਬਣ ਜਾਣਗੇ। ਇਸ ਚੀਜ਼ ਸਿਸਟਮ ਹੁੰਦਾ ਹੈ ਜੀ। ਆਈ ਹੋਪ ਕਿ ਤੁਹਾਨੂੰ ਸਾਰਾ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀਓਗ੍ਰਾਫਿਕਲੀ ਕੰਡੀਸ਼ਨ। ਜਿਹੜੇ ਲੇਟਰ ਆਰਿਆ ਸੀਗੇ ਉਹਨਾਂ ਦੀ ਜੀਓਗ੍ਰਾਫਿਕਲੀ ਕੰਡੀਸ਼ਨ ਕਿੱਥੇ ਆ ਕੇ ਬਸੇ ਸੀਗੇ ਉਹ ਹੁਣ ਆਪਾਂ ਪੜ੍ਹ ਲੈਂਦੇ ਹਾਂ। ਡਿਊਰਿੰਗ ਦੀ ਲੇਟਰ ਵੈਦਿਕ ਪੀਰੀਅਡ ਆਰਿਆ ਸੈਟਲ ਕਵਰਡ ਵਿਜ਼ਲੀ ਟੂ ਦੀ ਹੋਲ ਨਾਰਦਰਨ ਇੰਡੀਆ। ਨਾਰਦਰਨ ਇੰਡੀਆ ਕਿਹੜਾ, ਗੰਗਾ ਯਮੁਨਾ ਇਹ ਸਾਰੀਆਂ ਨਦੀਆਂ ਦੇ ਆਲੇ ਦੁਆਲੇ ਆ ਕੇ ਵੱਸ ਗਏ ਸੀ। ਪਹਿਲੇ ਇੰਡਸ ਰਿਵਰ ਦੇ ਆਲੇ ਦੁਆਲੇ ਸੀਗੇ। ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਇਹਨਾਂ ਸਾਰੇ ਜਦੋਂ ਇਹਨਾਂ ਨੇ ਨਾਰਦਰਨ ਇੰਡੀਆ ਦੇ ਵਿੱਚ ਆ ਕੇ ਜਦੋਂ ਇਹਨਾਂ ਨੇ ਨਰਮਦਾ ਨਦੀ ਤੇ ਸਦਾ ਨੀਰਾ ਰਿਵਰ, ਚੰਬਲ ਰਿਵਰ ਤੱਕ ਇਹ ਸਾਰੇ ਆਪਣਾ ਫੈਲ ਗਏ, ਪੂਰਾ ਮੱਧ ਪ੍ਰਦੇਸ਼ ਵਿੱਚ ਫੈਲ ਗਏ। ਤਾਂ ਇਸ ਜਿਹੜੀ ਥਾਂ ਨੂੰ ਆਪਾਂ ਪੂਰੇ ਇੰਡੀਆ ਨੂੰ ਇਹਨਾਂ ਨੇ ਕੀ ਬੋਲਿਆ, ਆਰਿਆਵਰਤ ਬੋਲਣ ਲੱਗ ਗਏ ਸੀ। ਉਸ ਤੋਂ ਬਾਅਦ ਦੇਰ ਵਾਜ਼ ਦੇ ਮੈਂਸ਼ਨ ਇਨ ਦੀ ਰਿਵਰਸ ਨਰਮਦਾ, ਸਦਾ ਨੀਰਾ, ਇਹ ਸਾਰਾ ਇਹਨਾਂ ਨੇ ਮੈਂਸ਼ਨ ਕੀਤਾ ਇਹਨਾਂ ਦੀ ਬੁੱਕਸ ਦੇ ਵਿੱਚ। ਠੀਕ ਹੈ ਜੀ। ਹੁਣ ਤੁਹਾਨੂੰ ਪੁੱਛਿਆ ਜਾਏਗਾ ਕਿ ਜਿਹੜੀ ਸਦਾ ਨੀਰਾ ਰਿਵਰ ਹੈ ਨਾ, ਉਸ ਤੋਂ ਪਾਰ ਨਹੀਂ ਗਏ ਸੀ। ਉਸ ਤੋਂ ਪਾਰ ਦੇ ਜਿਹੜੇ ਲੋਕ ਰਹਿੰਦੇ ਸੀ ਉਹ ਕਿਹੜੇ ਸੀ, ਅਨਾਰਿਆ ਸੀਗੇ। ਮੈਂ ਦੱਸਿਆ ਹੁਣੇ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇਹ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇਹ ਹੁਣ ਇਹਨੂੰ ਕਿੱਥੋਂ ਪਤਾ ਲੱਗਦਾ ਸਾਨੂੰ ਇਹਨਾਂ ਦੇ ਬਾਰੇ, ਤੇ ਯਾਦ ਰੱਖਿਆ ਇੱਕ ਸਤਪਥ ਬ੍ਰਾਹਮਣ ਗ੍ਰੰਥ ਹੈਗਾ। ਮੈਂ ਤੁਹਾਨੂੰ ਦੱਸਿਆ ਸੀਗਾ ਸਤਪਥ ਬ੍ਰਾਹਮਣ ਗ੍ਰੰਥ ਹੈ, ਜਿਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਇਹ ਆਰਿਆ ਕਿੱਥੇ ਤੱਕ ਫੈਲੇ ਹੋਏ ਸੀ ਆਪਸ ਦੇ ਵਿੱਚ। ਸਦਾ ਨੀਰਾ ਰਿਵਰ ਨੂੰ ਕ੍ਰੋਸ ਨਹੀਂ ਕੀਤਾ ਸੀ ਇਹਨਾਂ ਨੇ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਹੁਣ ਇਹ ਆਪਣਾ ਆ ਜਾਂਦਾ ਅੱਗੇ ਐਮਰਜੈਂਸ ਆਫ ਦਾ ਜਨਪਦ। ਤੁਹਾਨੂੰ ਪਤਾ ਜੀ ਇਹ ਜਨਪਦ ਜਿਹੜੇ ਹੈਗੇ ਸੀ, ਕਾਫੀ ਜਿਹੜੇ ਜਨਪਦ ਛੋਟੇ ਛੋਟੇ ਕਬੀਲਿਆਂ ਦੇ ਵਿੱਚ ਸੀਗੇ। ਇਹ ਕਬੀਲੇ ਆਪਸ ਦੇ ਵਿੱਚ ਜੁੜ ਕੇ ਕੀ ਬਣਾਉਣ ਲੱਗ ਗਏ, ਜਨਪਦ ਬਣਾਉਣ ਲੱਗ ਗਏ। ਤੇ ਤੁਹਾਨੂੰ ਫਾਈਨਲੀ ਜਦੋਂ ਲੇਟਰ ਆ ਰਿਹਾ 600 ਦੇ ਨੇੜੇ ਪਹੁੰਚਣਗੇ, ਉਸ ਟਾਈਮ ਤੇ 16 ਕਬੀਲੇ ਆ ਜਾਣਗੇ ਟੋਟਲ। 16 ਕਬੀਲੇ ਜਿਹੜੇ ਬਣ ਜਾਣਗੇ ਟੋਟਲ, ਜਨਪਦ ਬਣ ਜਾਣਗੇ, 16 ਜਨ ਬਣ ਜਾਣਗੇ ਟੋਟਲ ਵੱਡੇ ਜਿਹੜੇ ਵੱਡੇ ਜਨਪਦ ਬਣਨਗੇ। ਇਹਨਾਂ ਦੇ ਵਿੱਚੋਂ ਫਿਰ 16 ਦੇ ਵਿੱਚੋਂ ਜਨਪਦ ਦੇ ਵਿੱਚੋਂ ਆਪਸ ਦੇ ਵਿੱਚ ਲੜਾਈਆਂ ਹੋਣਗੀਆਂ, ਜਿਹੜੀ ਆਪਾਂ ਜਨਪਦ ਕਾਲ ਦੇ ਵਿੱਚ ਪੜਾਂਗੇ। ਮਹਾਜਨਪਦ ਕਾਲ ਜਿਹਨੂੰ ਆਪਾਂ ਬੋਲਦੇ ਹਾਂ, ਉਹਦੇ ਵਿੱਚੋਂ ਮਗਧ ਕਿੱਦਾਂ ਅੱਗੇ ਆ ਗਿਆ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਤੇ ਜਸਟ ਇਹ ਹੈ ਕਿ ਜਦੋਂ ਛੋਟੇ ਛੋਟੇ ਕਬੀਲੇ ਆਪਸ ਦੇ ਵਿੱਚ ਜੁੜ ਰਹੇ ਹੈ ਤਾਂ ਉਹਨਾਂ ਨੂੰ ਬੋਲਿਆ ਗਿਆ ਜਨ। ਤੇ ਠੀਕ ਹੈ ਜੀ। ਉਸ ਦੇ ਉੱਪਰ ਫਿਰ ਜਿਹੜਾ ਪਹਿਲਾਂ ਹੀ ਹੁੰਦਾ ਸੀ ਰਾਜਨ, ਤੇ ਰਾਜਨ ਕੀ ਕਰੇਗਾ, ਜਦੋਂ 2-3 ਕਬੀਲੇ ਆਪਸ ਦੇ ਵਿੱਚ ਜੁੜਨਗੇ ਤਾਂ ਸਭਾ ਸਮਿਤੀਆਂ ਆਪਸ ਦੇ ਵਿੱਚ ਲੜਨਗੀਆਂ, ਜਿਸ ਦੇ ਕਾਰਨ ਕੀ ਹੋਏਗਾ, ਸਭਾ ਸਮਿਤੀਆਂ ਦੀ ਵੈਲਿਊ ਖਤਮ ਕੀਤੀ ਜਾਏਗੀ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਡਿਸੀਜਨ ਹੈ ਉਹ ਰਾਜਨ ਜਿਹੜਾ ਹੋਏਗਾ ਉਹ ਰਾਜਨ ਡਿਸੀਜਨ ਲਏਗਾ, ਤੇ ਰਾਜਨ ਜਿਹੜਾ ਹੋਏਗਾ ਉਹ ਬਾਅਦ ਦੇ ਵਿੱਚ ਕੀ ਬਣ ਜਾਏਗਾ, ਰਾਜਾ।
ठीक है जी, किंग बन जाएगा। इस तरह ही एक जन को पूरा लीड करने वाला एक होएगा राजन, राजन जन ਨੂੰ ਲੀਡ ਕਰ ਰਿਹਾ ਸੀ ਰਾਜਨ, ਤੇ ਬਾਅਦ ਚ ਜਦੋਂ ਸਾਰੇ 2-3 ਕਬੀਲੇ ਆਪਸ ਦੇ ਜੁੜ ਕੇ ਇਕੱਠੇ ਹੋ ਗਏ ਫਿਰ ਉਹਨਾਂ ਦਾ ਕੀ ਬਣ ਗਿਆ, ਕਿੰਗ ਬਣ ਗਿਆ, ਜਿਹਨੂੰ ਆਪਾਂ ਬੋਲਦੇ ਹਾਂ ਰਾਜਾ। ਠੀਕ ਹੈ ਜੀ, ਕਿੰਗ ਬਣ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਨੇ ਦੱਸਿਆ ਜਨਪਦ ਕੁਰੂ ਜਨਪਦ ਸੀਗਾ ਜਿਹੜਾ ਪੁਰੂਸ਼ ਤੇ ਬਰਸਤਾ ਨਾਮਕ ਦੇ 2 ਜਨਾਂ ਨੂੰ ਆਪਸ ਵਿੱਚ ਮਿਲਾ ਕੇ ਬਣਿਆ ਸੀ। ਪੰਚਾਲ ਸੀਗਾ ਤਰਵਾਸਤੂ ਤੇ ਕਿਰਵਿਸ਼ ਦੋ ਜਨ ਕਬੀਲਿਆਂ ਨੂੰ ਜੋੜ ਕੇ ਬਣਿਆ ਸੀ, ਤੇ ਕਾਂਸ਼ੀ। ਇਸੇ ਤਰ੍ਹਾਂ ਹੀ ਇਹ ਸਾਰੇ ਜਨਪਦ ਤੁਹਾਨੂੰ 16 ਵੇਖਣ ਨੂੰ ਮਿਲਣਗੇ। ਆਪਾਂ ਲੇਟਰ ਟਾਈਮ ਦੇ ਵਿੱਚ ਪੜਾਂਗੇ ਇਹਨੂੰ ਹੋਰ ਡਿਟੇਲ ਦੇ ਵਿੱਚ। ਲੇਟਰ ਵੈਦਿਕ ਲਿਟਰੇਚਰ ਮੈਂਸ਼ਨ ਇਨ ਵਿਦਿਆਂਚਲ ਮਾਊਂਟੇਨ। ਦੇਖੋ ਇਹਨਾਂ ਦੇ ਬਾਰੇ ਜਿਹੜਾ ਲਿਟਰੇਚਰ ਹੈ ਨਾ, ਇਹ ਸਾਰਾ ਕਿੱਥੇ ਲਿਖਿਆ ਹੋਇਆ, ਅੱਜ ਦੀ ਵਿਦਿਆਂਚਲ ਪਰਬਤ ਮਾਲਾ ਜਿਹੜੀ ਹੈਗੀ ਆ ਉਹਨਾਂ ਦੀ ਗੁਫਾਵਾਂ ਦੇ ਵਿੱਚ ਵੀ ਲਿਖਿਆ ਹੋਇਆ ਕੁਝ ਚੀਜ਼ਾਂ। ਤੇ ਇਹ ਸਦਨ ਮੋਸਟ ਇਹਨਾਂ ਦਾ ਇਸ ਤੋਂ ਬਾਹਰ ਇਹ ਨਹੀਂ ਗਏ ਸੀ, ਵਿਦਿਆਂਚਲ ਪਰਬਤ ਨੂੰ ਟੱਪ ਕੇ ਸਾਊਥ ਵਾਲੇ ਪਾਸੇ ਨਹੀਂ ਗਏ, ਉੱਥੋਂ ਤੱਕ ਇਹਨਾਂ ਦਾ ਆਰਿਆਵਰਤ ਹੁੰਦਾ ਸੀਗਾ। ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਰੈਫਰੈਂਸ। ਜਿਹੜਾ ਰੈਫਰੈਂਸ ਹੈ ਉਹ ਕਿੱਦਾਂ ਲਿਆ ਜਾਂਦਾ ਹੈ। ਰੈਫਰੈਂਸ ਆਫ ਦਾ ਟੈਰਿਸਟਰੀਅਲ ਡਿਵੀਜ਼ਨ ਇਜ਼ ਲੇਟ ਵੇਦਾਸ ਆਰ 3 ਬ੍ਰੌਡ ਡਿਵੀਜ਼ਨ। ਆਰਿਆਵਰਤਾ ਜਿਹਨੂੰ ਆਪਾਂ ਨਾਰਦਰਨ ਇੰਡੀਆ ਨੂੰ ਆਰਿਆਵਰਤ ਬੋਲਦੇ ਸੀ, ਤੇ ਜਦੋਂ ਇਹ ਸੈਂਟਰਲ ਦੇ ਵਿੱਚ ਸੀ ਉਹਨੂੰ ਬੋਲਦੇ ਸੀ ਮੱਧਿਆ ਦਿਸ਼ਾ। ਮੱਧਿਆ ਦਿਸ਼ਾ ਦੇ ਵਿੱਚ ਹੁੰਦੇ ਸੀ, ਤੇ ਦਕਸ਼ਿਣ ਪੱਥ ਦਕਸ਼ਿਣ ਵਾਲੇ ਸਾਈਡ ਨੂੰ ਬੋਲਦੇ ਸੀ ਦਕਸ਼ਿਣਾ ਪੱਥ। ਠੀਕ ਹੈ ਜੀ, ਤੇ ਇੱਥੋਂ ਤੱਕ ਇਹ ਸਾਰੇ ਫੈਲੇ ਹੋਏ ਸੀ। ਇਹ ਰੈਫਰੈਂਸ ਹੈ ਤੁਹਾਡੀ ਬੁੱਕ ਦਾ ਕਿ ਜਿੱਥੋਂ ਤੱਕ ਇਹ ਆਰਿਆ ਫੈਲੇ ਹੋਏ ਸੀਗੇ ਲੇਟਰ ਵੈਦਿਕ ਦੇ। ਠੀਕ ਹੈ ਜੀ, ਹੁਣ ਆਪਸ ਵਿੱਚ ਜਦੋਂ ਲੜਾਈਆਂ ਕਰਨਗੇ ਉਸ ਤੋਂ ਬਾਅਦ ਨਵੇਂ ਕਿੰਗਡਮ ਸਾਹਮਣੇ ਆਉਣਗੇ, ਜਿੰਦੇ ਵਿੱਚ ਇੱਕ ਕਿੰਗਡਮ ਆਊਗਾ ਮਗਧ ਰਾਜਿਆ। ਮਗਧ ਰਾਜਿਆ ਦੇ ਬਾਰੇ ਆਪਾਂ ਲੇਟਰ ਦੇ ਵਿੱਚ ਡਿਸਕਸ ਕਰਾਂਗੇ। ਤੇ ਅੱਜ ਲਈ ਇੰਨਾ ਬਹੁਤ ਹੈ ਜੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਅਗਰ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਵੀ ਕਰਨਾ ਆਪਣੇ ਫਰੈਂਡ ਦੇ ਨਾਲ, ਤਾਂ ਕਿ ਫਰਦਰ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਹੋਰ ਅੱਗੇ ਮਿਲਦੀਆਂ ਰਹਿਣਗੀਆਂ। ਥੈਂਕ ਯੂ ਫॉर हैप्पी लर्निंग टू ऑल।